ਇੱਕ ਬਾਣੀ ਦਾ ਖਾਸ ਮੁਲਾਕਾਤ ਪ੍ਰੋਗਰਾਮ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਤੁਹਾਡੇ ਆਪਣੇ ਮੇਜ਼ਬਾਨ ਡਾਕਟਰ ਹਰਸਿਮਰਨ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਜਿਸ ਸ਼ਖਸੀਅਤ ਨੂੰ ਅੱਜ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ, ਨਾ ਕੇਵਲ ਉਹ ਸਿਹਤ ਵਿਭਾਗ ਵਿੱਚ ਇੱਕ ਡਾਕਟਰ ਹੋਣ ਦੇ ਨਾਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਸਗੋਂ ਸਿੱਖ ਮਿਸ਼ਨਰੀ ਕਾਲਜ ਸਰਕਲ ਜੰਮੂ ਦੇ ਵਿੱਚ ਅਤੇ ਨਾਲ ਹੀ ਰਜੌਰੀ ਜ਼ੋਨ ਦੇ ਜ਼ੋਨਲ ਆਰਗੇਨਾਈਜ਼ਰ ਵੀ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ। ਮੈਂ ਮੁਖਾਤਬ ਹਾਂ ਡਾਕਟਰ ਇੰਦਰਪਾਲ ਸਿੰਘ ਹੋਰਾਂ ਤੋਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਆਇਆਂ ਆਖਦਾ। ਦਰਸ਼ਕਾਂ ਦੀ ਜਾਣਕਾਰੀ ਲਈ ਇਹ ਦੱਸੋ ਕਿ ਖਾਸ ਤੌਰ 'ਤੇ ਪਹਿਲਾਂ ਮੈਂ ਤੁਹਾਡੇ ਜਿਹੜਾ ਕਿੱਤਾ ਮੁਖੀ ਜੀਵਨ ਹੈ ਉਸ ਸੰਬੰਧੀ ਗੱਲ ਕਰਦਾ ਕਿ ਕਿਵੇਂ ਸਫ਼ਰ ਸ਼ੁਰੂ ਹੋਇਆ। ਜਿਸ ਕਸਬੇ ਤੋਂ ਤੁਸੀਂ ਉੱਠੇ ਹੋ ਉਹ ਕਸਬਾ ਹੀ ਆਪਣੇ ਆਪ 'ਤੇ ਦੂਰ ਦਰੇਂਡਿਆਂ ਦਾ ਕਸਬਾ ਹੈ, ਉਸ 'ਤੇ ਉੱਠ ਕੇ ਇੱਕ ਡਾਕਟਰ ਦੀ ਪਦਵੀ ਤੱਕ ਪਹੁੰਚਣਾ ਆਪਣੇ ਆਪ ਵਿੱਚ ਸਫ਼ਰ ਕਿਹੋ ਜਿਹਾ ਸੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ, ਮੈਂ ਰਜੌਰੀ ਡਿਸਟ੍ਰਿਕਟ ਦੇ ਵਿੱਚ ਤਹਿਸੀਲ ਨੌਸ਼ਹਿਰਾ ਅੱਗੇ ਪਿੰਡ ਨੁਨਿਆਲ ਪੈਂਦਾ ਹੈ, ਉਸ ਦੇ ਪਿੰਡ ਦੇ ਸਕੂਲ ਦੇ ਵਿੱਚ ਹੀ ਪੜ੍ਹਿਆ, ਜਿੱਥੇ 6ਵੀਂ ਦੇ ਵਿੱਚ ABC ਸਿੱਖੀ ਹੈ। ਅਤੇ ਉਹਦੇ ਬਾਅਦ ਜਿਹੜਾ ਹੈ ਮੈਂ ਉਸੇ ਸਕੂਲ ਤੋਂ ਪੂਰੇ ਬੋਰਡ ਵਿੱਚ 8th ਦੇ ਵਿੱਚ ਟਾਪ ਕੀਤਾ। ਫਿਰ ਨੌਸ਼ਹਿਰੇ ਤੋਂ ਹਾਈ ਸੈਕੰਡਰੀ ਸਕੂਲ ਤੋਂ ਪੜ੍ਹ ਕੇ ਜਿਹੜਾ ਹੈ ਉਸ ਟਾਈਮ ਦੇ ਵਿੱਚ ਜਿਹੜਾ ਹੈ ਐਂਟਰੈਂਸ ਕੁਆਲੀਫਾਈ ਕਰਨਾ ਉਸ ਏਰੀਏ ਦੇ ਵਿੱਚ ਇੱਕ ਮਜ਼ਾਕ ਸਮਝਦੇ ਸਨ ਕਿ ਕੋਈ ਨਹੀਂ ਕਰ ਸਕਦਾ। ਅਤੇ ਸਾਡਾ ਵੀ ਇੱਕ ਕਿਸਮ ਦੀ ਖਿੱਲੀ ਉਡਾਈ ਜਾਂਦੀ ਸੀ ਕਿ ਜਿਲੇ ਅਸੀਂ ਕਹਿੰਦੇ ਸਾਂ ਕਿ ਅਸੀਂ ਡਾਕਟਰ ਬਣਨਾ ਹੈ, ਲੇਕਿਨ ਅਸੀਂ ਮਿਹਨਤ ਕਰਕੇ ਅਤੇ ਉਸ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ MBBS ਜਿਹੜੀ ਹੈ ਉਹ ਸੀਟ GMC ਸ੍ਰੀਨਗਰ 'ਚ 99 ਦੇ ਵਿੱਚ ਮੈਂ ਉੱਥੇ ਸਿਲੈਕਟ ਹੋ ਗਿਆ। ਅਤੇ ਉਹਦੇ ਬਾਅਦ ਫਿਰ GMC ਜੰਮੂ ਦੇ ਵਿੱਚੋਂ ਪੋਸਟ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਉਹਦੇ ਵਿੱਚ ਹੀ ਜਿਹੜੀ ਹੈ ਮੇਰੀ PSC ਹੋ ਗਈ। ਅਤੇ PSC ਦੇ ਬਾਅਦ ਅਸੀਂ ਹੈਲਥ ਡਿਪਾਰਟਮੈਂਟ ਦੀ ਸਰਵਿਸ ਕਰਨ ਦੇ ਬਾਅਦ ਜਿਹੜਾ PSC ਦੇ ਥਰੂ ਜਿਹੜਾ ਕੰਸਲਟੈਂਟ ਦਾ ਐਗਜ਼ਾਮ ਹੁੰਦਾ ਹੈ ਅਤੇ ਉਹ ਪਾਸ ਕਰਕੇ ਮੈਂ ਇਸ ਵੇਲੇ ਕੰਸਲਟੈਂਟ ਗਾਇਨੋਕੋਲੋਜਿਸਟ ਕੰਮ ਕਰ ਰਿਹਾ ਹਾਂ। ਅਤੇ ਨਾਲ ਮੈਂ ਦੱਸ ਦਿਆਂ ਕਿ ਮੈਂ ਇੱਕ ਹਾਕੀ ਦਾ, ਫੁੱਟਬਾਲ ਦਾ ਅਤੇ ਨਾਲ ਹੀ ਜਿਹੜਾ ਬਾਸਕਟਬਾਲ ਦਾ ਪਲੇਅਰ ਵੀ ਹਾਂ। ਹਾਕੀ ਮੈਂ ਸੀਨੀਅਰ ਨੈਸ਼ਨਲ ਖੇਲਿਆ ਹੈ ਅਤੇ ਨਾਲ ਹੀ ਜਿਹੜਾ ਉੱਥੇ GMC ਸ੍ਰੀਨਗਰ 'ਚ CM ਸਨ ਜ਼ਿਲ੍ਹੇ ਮੁਫਤੀ ਸਈਦ, ਉਹਨਾਂ ਕੋਲੋਂ ਵੀ ਮੈਨੂੰ ਆਊਟਸਟੈਂਡਿੰਗ ਜਿਹੜਾ ਸਪੋਰਟਸਮੈਨ ਦਾ ਜਿਹੜਾ ਅਵਾਰਡ ਵੀ ਮਿਲਿਆ ਹੋਇਆ ਹੈ। ਖਾਸ ਤੌਰ 'ਤੇ ਮੈਂ ਪੁੱਛਣਾ ਚਾਹਾਂਗਾ, ਜਿਹੜਾ ਇੱਕ ਡਾਕਟਰ ਦਾ ਜੀਵਨ ਹੁੰਦਾ ਹੈ ਇਹ ਬੜਾ ਹੀ ਮੁਸ਼ਕਿਲਾਤ ਭਰਿਆ ਜੀਵਨ ਮੰਨਿਆ ਜਾਂਦਾ, ਕਿਉਂਕਿ ਇਹਦੇ ਵਿੱਚ ਤੁਹਾਨੂੰ ਵੱਖ-ਵੱਖ ਕਿਸਮ ਦੇ ਲੋਕਾਂ ਨਾਲ ਵਿਚਰਨਾ ਪੈਂਦਾ। ਖਾਸ ਤੌਰ 'ਤੇ ਇੱਕ ਸਿੱਖ ਹੋਣ ਦੇ ਨਾਤੇ ਕਿਵੇਂ ਵੇਖਦੇ ਹੋ ਸਾਰੀ ਚੀਜ਼ ਨੂੰ ਕਿ ਇੱਕ ਛੋਟੇ ਕਸਬੇ ਤੋਂ ਉੱਠਣਾ ਔਰ ਡਾਕਟਰ ਦੀ ਪਦਵੀ ਤੱਕ ਪਹੁੰਚਣਾ, ਇਸ ਸਫ਼ਰ ਦੇ ਦੌਰਾਨ ਕਿਹੋ ਜਿਹੀਆਂ ਚੁਣੌਤੀਆਂ ਸਾਹਮਣੇ ਆਈਆਂ, ਕਿਹੋ ਜਿਹੀਆਂ ਸਮੱਸਿਆਵਾਂ ਤੁਹਾਡੇ ਦਰਪੇਸ਼ ਆਉਂਦੀਆਂ ਰਹੀਆਂ? ਬੜਾ ਵਧੀਆ ਕੁਐਸਚਨ ਹੈ ਕਿ ਕਿਉਂਕਿ ਇੱਕ ਤਾਂ ਬੰਦੇ ਨੂੰ ਓਰੀਐਂਟੇਸ਼ਨ ਨਹੀਂ ਹੁੰਦੀ ਕਿ ਇਸ ਪ੍ਰੋਫੈਸ਼ਨ ਦੇ ਵਿੱਚ ਸਾਨੂੰ ਪੜ੍ਹਨਾ ਕਿਸ ਤਰ੍ਹਾਂ ਹੈ, ਬੁੱਕਸ ਕਿਹੜੀਆਂ ਪੜ੍ਹਨੀਆਂ ਹਨ, ਇਹਦੇ ਵਿੱਚ ਵੀ ਬੰਦੇ ਨੂੰ ਬੜੀ ਪ੍ਰੋਬਲਮਸ ਆਉਂਦੀਆਂ ਹਨ। ਉਹਦੇ ਬਾਅਦ ਜਿਲੇ ਬੰਦਾ ਗ੍ਰੈਜੂਏਸ਼ਨ ਕਰ ਲੈਂਦਾ ਹੈ, ਜਿਹੜੇ ਤੇ ਇਸ ਲਾਈਨ ਦੇ ਬੰਦੇ ਜਾਂ ਡਾਕਟਰਸ ਦੇ ਬੱਚੇ ਹੁੰਦੇ ਹਨ, ਉਹਨਾਂ ਨੂੰ ਇਹ ਇੰਪਾਰਟੈਂਸ ਪਤਾ ਹੁੰਦੀ ਹੈ ਕਿ ਪੋਸਟ ਗ੍ਰੈਜੂਏਸ਼ਨ ਕਰਨੀ ਹੈ, ਸੁਪਰ ਸਪੈਸ਼ਲਾਈਜੇਸ਼ਨ ਕਰਨੀ ਹੈ। ਅਤੇ ਜਿਸ ਵੇਲੇ ਤੁਹਾਨੂੰ ਕੋਈ ਗਾਈਡਲਾਈਨ ਨਹੀਂ ਹੁੰਦੀ ਅਤੇ ਫਿਰ ਬੰਦਾ ਉਹ ਕਹਿੰਦੇ ਨਾ ਠੋਕਰਾਂ ਖਾ ਕੇ ਜਿਹੜਾ ਹੈ ਬੰਦੇ ਨੂੰ ਸਮਝ ਆਉਂਦੀ ਹੈ ਕਿ ਬਈ ਇਹ ਚੀਜ਼ ਵੀ ਇੰਪੋਰਟੈਂਟ ਹੈ। ਫਿਰ ਅਸੀਂ ਠੋਕਰਾਂ ਖਾ ਕੇ ਹੀ ਮਿਹਨਤ ਕਰਕੇ ਹੀ, ਕਿਉਂਕਿ ਗਾਈਡਲਾਈਨ ਨਾ ਹੋਣ ਕਰਕੇ ਸਾਨੂੰ ਪਤਾ ਨਹੀਂ ਸੀ ਚੱਲਦਾ ਕਿਹੜੀ ਬੁੱਕ ਇਫੈਕਟਿਵ ਹੈ, ਕਿਸ ਤਰ੍ਹਾਂ ਪੜ੍ਹਨਾ ਹੈ, ਸਟੱਡੀ ਕਿਸ ਤਰ੍ਹਾਂ ਕਰਨੀ ਹੈ। ਫਿਰ ਉਸ ਟਾਈਮ ਦੇ ਵਿੱਚ ਹੋਸਟਲ ਦੇ ਵਿੱਚ ਅਸੀਂ ਰਹਿੰਦੇ ਸਾਂ। ਉਸ ਟਾਈਮ ਉਹ ਕਲਚਰ ਜਿਹੜਾ ਸ੍ਰੀਨਗਰ ਦਾ ਸੀ ਉਹ ਵੀ ਡਿਫਰੈਂਟ ਸੀ, ਮੈਸ ਦੀ ਰਿਲੇਟਿਡ ਪ੍ਰੋਬਲਮ ਸਨ। ਫਿਰ ਵੀ ਅਸੀਂ ਜਿਹੜਾ ਹੈ ਆਪਣੇ ਆਪ ਨੂੰ ਜਿਹੜਾ ਹੈ ਉਹ ਸਟੈਂਡ ਕਰਕੇ ਅਤੇ ਸੰਡੇ ਨੂੰ ਅਸੀਂ ਚਲੇ ਜਾਂਦੇ ਸਾਂ ਰੈਨਾਵਾੜੀ ਗੁਰਦੁਆਰੇ, ਉੱਥੇ ਜਾ ਕੇ ਫਿਰ ਗੁਰੂ ਘਰ ਤੋਂ ਬੂਸਟ ਹੋ ਕੇ ਅਸੀਂ ਜਿਹੜਾ ਹੈ ਆਪਣਾ ਅੱਗੇ ਕੰਮ ਕਰਦੇ ਰਹੇ, ਪੜ੍ਹਦੇ ਰਹੇ। ਡਿਫੀਕਲਟੀਜ਼ ਤਾਂ ਸਾਨੂੰ ਬਹੁਤ ਆਈਆਂ, ਉਹ ਜਿਹੜਾ ਕਹਿੰਦੇ ਨਾ ਠੋਕਰਾਂ ਖਾ ਕੇ ਅਸੀਂ ਤਰਾਸ਼ਨ ਹੋਏ ਹਾਂ। ਜੀ, ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਵੀ ਦੱਸਣਾ ਚਾਹਾਂਗਾ ਕਿ ਇੰਦਰਪਾਲ ਸਿੰਘ ਹੋਰ ਸਿੱਖ ਮਿਸ਼ਨਰੀ ਕਾਲਜ ਖਾਸ ਕਰਕੇ ਰਜੌਰੀ ਜ਼ੋਨ ਦੇ ਜ਼ੋਨਲ ਇੰਚਾਰਜ ਵੀ ਨੇ, ਆਰਗੇਨਾਈਜ਼ਰ ਵੀ ਨੇ। ਕਿਸ ਤਰ੍ਹਾਂ ਜੁੜਿਓ ਸਿੱਖ ਮਿਸ਼ਨਰੀ ਕਾਲਜ ਨਾਲ? ਕਿਵੇਂ ਵਰਤਾਰਾ ਜੁੜਿਆ ਕਿ ਮੈਂ ਸਿੱਖ ਮਿਸ਼ਨਰੀ ਕਾਲਜ ਨਾਲ ਜੁੜ ਕੇ ਸਮਾਜ ਭਲਾਈ ਦੇ ਖੇਤਰ ਵਿੱਚ, ਧਰਮ ਦੇ ਖੇਤਰ ਵਿੱਚ ਸੇਵਾਵਾਂ ਕਰਨੀਆਂ?
ਜਿਸ ਤਰ੍ਹਾਂ ਕਿ ਮੈਂ ਆਪਣੇ ਆਲੇ ਦੁਆਲੇ ਦੇਖਦਾ ਸਾਂ ਕਿ ਜਿਹੜੇ ਜਿਸ ਤਰ੍ਹਾਂ ਕਿ ਕੁਝ ਅਸੀਂ ਪਖੰਡੀ ਕਹਿ ਸਕਦੇ ਹਾਂ, ਉਹ ਲੋਕੀ ਜਿਹੜਾ ਹੈ ਸਾਡੇ ਲੋਕਾਂ ਨੂੰ ਧਾਗੇ ਤਵੀਤ ਜਾਂ ਇਸ ਢੰਗ ਦੀਆਂ ਚੀਜ਼ਾਂ ਕਰਕੇ ਮੂਰਖ ਬਣਾਉਂਦੇ ਸਨ। ਫਿਰ ਨਸ਼ਿਆਂ ਦੇ ਵਿੱਚ ਜਿਹੜਾ ਹੈ ਪੂਰਾ ਇਲਾਕਾ ਬਹੁਤ ਨਸ਼ਿਆਂ ਦੇ ਵਿੱਚ ਸੀ, ਔਰ ਗਿਆਨ ਜਿਹੜਾ ਸੀ, ਗਿਆਨ ਦਾ ਪੱਧਰ ਬੜਾ ਘੱਟ ਸੀ। ਫਿਰ ਅਸੀਂ ਜਿਸ ਵੇਲੇ ਕਾਲਜ ਦੇ ਪ੍ਰੋਜੈਕਟ ਦੇਖੇ, ਪਹਿਲੇ ਉੱਥੇ ਸਰਕਲ ਚੱਲਦਾ ਸੀ, ਉਹਦੇ ਨਾਲ ਜਿਹੜੇ ਅਸੀਂ ਜੁੜੇ, ਦੇਖਿਆ ਉਹਨਾਂ ਦੇ ਜਿਹੜੇ ਪ੍ਰੋਜੈਕਟ ਹਨ, ਤੇ ਮੈਂ ਸੋਚਿਆ ਕਿ ਜਿੱਥੇ ਅਸੀਂ ਇਸ ਇਲਾਕੇ ਤੋਂ ਉੱਠ ਕੇ ਅਗਰ ਪੋਸਟ 'ਤੇ ਪਹੁੰਚੇ ਹਾਂ ਤੇ ਸਾਡਾ ਜਿਹੜਾ ਹੈ ਇਹ ਵੀ ਫਰਜ਼ ਬਣਦਾ ਹੈ ਕਿ ਇੱਥੇ ਦੀ ਜਿਹੜੇ ਲੋਕੀ ਹਨ, ਅਸੀਂ ਕੁਝ ਨਾ ਕੁਝ ਇਹਨਾਂ ਨੂੰ ਵੀ ਦਈਏ। ਇਹ ਜਿਹੜੀ ਨਸ਼ਿਆਂ ਦੀਆਂ ਆਦਤਾਂ ਹਨ ਜਾਂ ਇਹ ਜਿਹੜੇ ਲੋਕੀ ਇਹਨਾਂ ਨੂੰ ਦੇਖੋ, ਉਹ ਜਿਹੜੇ ਲੋਕੀ ਹੁੰਦੇ ਨੇ ਇਲਾਜ ਜਿਹੜਾ ਹੈ ਆਪਣਾ ਇਲਾਜ ਸਾਡੇ ਕੋਲੋਂ ਕਰਾਉਂਦੇ ਹਨ, ਲੇਕਿਨ ਉਹਨਾਂ ਲੋਕਾਂ ਨੂੰ ਜਿਹੜਾ ਹੈ ਇਲਾਜ ਡਿਲੇ ਕਰ ਦਿੰਦੇ ਹਨ ਤੇ ਉਹ ਭਟਕਦੇ ਰਹਿੰਦੇ ਹਨ ਥਾਂ ਥਾਂ। ਤੇ ਉਸ ਚੀਜ਼ ਨੂੰ ਵੀ ਰੋਕਣ ਵਾਸਤੇ, ਕਿਉਂਕਿ ਸਾਨੂੰ ਤੇ ਜਿਹੜੀ ਗੁਰਬਾਣੀ ਦੱਸਦੀ ਹੈ ਕਿ ਕਿਸੇ ਚੰਗੇ ਵੈਦ ਕੋਲ, ਡਾਕਟਰ ਕੋਲ ਜਾ ਕੇ ਇਲਾਜ ਕਰਾਉਣਾ ਹੈ, ਨਾ ਕਿ ਕਿਸੇ ਬੰਦੇ ਦੇ ਧਾਗੇ ਤਵੀਤ ਨਾਲ। ਤੇ ਉਸ ਚੀਜ਼ ਨੂੰ ਜਿਹੜਾ ਆਪਣੀ ਕਮਿਊਨਿਟੀ ਨੂੰ ਜਿਹੜਾ ਹੈ ਸਿੱਧੇ ਪਾਸੇ ਲਾਉਣ ਵਾਸਤੇ ਆਪਣਾ ਫਰਜ਼ ਸਮਝਿਆ ਕਿ ਅਗਰ ਅਸੀਂ ਕਿਧਰੇ ਗਿਆਨ ਹੈ ਤਾਂ ਉਸ ਨੂੰ ਵੰਡਣਾ ਚਾਹੀਦਾ ਹੈ। ਵੱਡੀ ਗੱਲ ਹੈ, ਕਿਉਂਕਿ ਖਾਸ ਤੌਰ ਤੇ ਦੇਖਿਆ ਜਾਂਦਾ ਹੈ ਕਿ ਲੋਕ ਕਿਸੇ ਇੱਕ ਦੇ ਪਿੱਛੇ ਲੱਗ ਕੇ ਅਸਲ ਸਿਧਾਂਤਾਂ ਤੋਂ ਦੂਰ ਹੁੰਦੇ ਜਾਂਦੇ ਨੇ। ਖਾਸ ਤੌਰ ਤੇ ਤੁਸੀਂ ਜਿੱਥੇ ਦੇ ਵਸਨੀਕ ਹੋ, ਜਿੱਥੇ ਦੇ ਰਹਿਣ ਵਾਲੇ ਹੋ, ਉਹਦੇ ਵਿੱਚ ਵੀ ਇਹ ਚੀਜ਼ ਦੇਖਣ ਨੂੰ ਮਿਲ ਰਹੀ ਆ ਅੱਜ ਦੇ ਸਮਾਜ ਵਿੱਚ, ਕਿਉਂਕਿ ਤੁਸੀਂ ਨਿਰੰਤਰ ਤੌਰ ਤੇ ਪਿਛਲੇ ਕਈ ਸਾਲਾਂ ਤੋਂ ਸਿੱਖ ਮਿਸ਼ਨਰੀ ਕਾਲਜ ਦੇ ਨਾਲ ਜੁੜੇ ਹੋਏ ਹੋ। ਕਿਵੇਂ ਵੇਖਦੇ ਹੋ, ਕੋਈ ਪਰਿਵਰਤਨ ਆਇਆ ਉਹਨਾਂ ਲੋਕਾਂ ਵਿੱਚ, ਸੁਚੇਤ ਹੋਏ ਨੇ ਗੁਰਮਤਿ ਸਿਧਾਂਤਾਂ ਪ੍ਰਤੀ, ਉਹਨਾਂ ਦੇ ਵਿੱਚ ਜਿਹੜੇ ਇੱਕ ਨਵੇਕਲਾਪਨ ਦੇਖਣ ਨੂੰ ਮਿਲ ਰਿਹਾ? ਬੜਾ ਵਧੀਆ ਕੁਐਸਚਨ ਪੁੱਛਿਆ ਤੁਸੀਂ ਕਿ ਦੇਖੋ, ਜਿਸ ਵੇਲੇ ਮੈਂ ਉੱਥੇ ਪ੍ਰਚਾਰ ਸਟਾਰਟ ਕੀਤਾ ਤੇ ਅਸੀਂ ਹੁਣੇ ਫਤਿਹ ਬੁਲਾਈ ਹੈ, ਤੇ ਜਿਲੇ ਅਸੀਂ ਸਾਡੀ ਰਹਿਤ ਮਰਿਆਦਾ 'ਚ ਲਿਖਿਆ ਹੈ ਕਿ ਫਤਿਹ ਬੁਲਾਣੀ ਹੈ, ਤੇ ਉਹ ਫਤਿਹ ਬੁਲਾਉਣ ਦਾ ਹੀ ਮਜ਼ਾਕ ਜਿਹੜਾ ਹੈ ਉਹ ਬਣਾਉਂਦੇ ਸਨ ਕਿ ਇਸ ਨੂੰ ਕੀ ਹੋ ਗਿਆ, ਕਿਉਂਕਿ ਅਸੀਂ ਸਤਿ ਸ੍ਰੀ ਅਕਾਲ ਕਹਿੰਦੇ ਨੇ, ਸਾਡੇ ਸਤਿ ਸ੍ਰੀ ਅਕਾਲ ਇਹ ਕਹਿੰਦੇ ਸਨ। ਤੇ ਅਸੀਂ ਜਿਲੇ ਫਤਿਹ ਬੁਲਾਣੀ ਸ਼ੁਰੂ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਸ ਨੂੰ ਕੀ ਹੋ ਗਿਆ, ਇਹ ਨਵੀਂ ਗੱਲ ਕਿੱਥੋਂ ਟੋਰੀ। ਲੇਕਿਨ ਬੜੀ ਫਖਰ ਦੀ ਗੱਲ ਹੈ ਕਿ ਜਿਹੜਾ ਸਾਡਾ ਇੱਕ ਬੜਾ ਡਿਫਿਕਲਟ ਕੋਰਸ ਹੁੰਦਾ, ਹਰ ਕੋਈ ਨਹੀਂ ਕਰ ਸਕਦਾ। 2 ਸਾਲਾ ਪੱਤਰ ਵਿਹਾਰ ਕੋਰਸ ਜਿਹੜਾ ਹੈ ਅਸੀਂ ਬਹੁਤ ਉਹਨਾਂ ਨੇ ਕੰਪਲੀਟ ਕੀਤੇ ਹਨ। ਲਾਈਫ ਮੈਂਬਰਸ਼ਿਪ ਸਿੱਖ ਫੁਲਵਾੜੀ ਦੀ ਘਰ ਘਰ ਪਹੁੰਚੀ ਹੈ, ਗੁਰਮਤਿ ਕਲਾਸਿਸ ਲੱਗ ਰਹੀਆਂ ਹਨ, ਔਰ ਅੱਜ ਜਿਹੜਾ ਹੈ ਬਿਲਕੁਲ ਜਿਹੜਾ ਪਰਿਵਰਤਨ ਦੇਖਣ ਨੂੰ ਆ ਰਿਹਾ ਹੈ। ਉੱਥੇ ਨਾਲ ਦੇ ਨਾਲ ਅਸੀਂ ਜਿਹੜੇ ਸਾਡੇ ਉੱਥੇ ਸਿੱਖ ਗਰੀਬ ਪਰਿਵਾਰ ਹਨ ਜਿਨ੍ਹਾਂ ਦਾ ਕੋਈ ਵੀ ਇਨਕਮ ਦਾ ਸਾਧਨ ਨਹੀਂ, ਉਹਨਾਂ ਨੂੰ ਵੀ ਅਸੀਂ 25-30 ਫੈਮਲੀਆਂ ਨੂੰ ਜਿਹੜਾ ਹੈ ਉਹ ਮੰਥਲੀ ਜਿਹੜਾ ਰਾਸ਼ਨ ਵੀ ਦੇ ਰਹੇ ਹਾਂ, ਤੇ ਉਹ ਪੂਰਾ ਜਿਹੜਾ ਸੰਗਤ ਦਾ ਸਹਿਯੋਗ ਮਿਲ ਰਿਹਾ ਹੈ। ਕਿਉਂਕਿ ਜਿਸ ਵੇਲੇ ਉਹਨਾਂ ਨੂੰ ਇਹ ਗੱਲ ਸਮਝ ਆ ਗਈ ਭਈ ਇਹ ਗੱਲ ਸੱਚ ਹੈ, ਕਿਉਂਕਿ ਗੁਰਬਾਣੀ ਦਾ ਫਰਮਾਨ ਵੀ ਹੈ, ਕੂੜ ਨਹੀਂ ਕੁੱਟਿਆ ਨਾਨਕਾ, ਉੜਕ ਸੱਚ ਰਹੀ। ਟਾਈਮ ਜ਼ਰੂਰ ਲੱਗਦਾ ਹੈ, ਲੇਕਿਨ ਜੇ ਤੁਹਾਡਾ ਕਨਸੈਪਟ ਕਲੀਅਰ ਹਨ, ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਇਸ ਬੰਦਾ ਸਾਡੀ ਭਲਾਈ ਦੇ ਵਾਸਤੇ ਕਰ ਰਿਹਾ ਹੈ, ਤੇ ਲੋਕੀ ਪੂਰਾ ਜਿਹੜਾ ਹੈ ਸਹਿਯੋਗ ਦੇ ਰਹੇ ਹਨ ਜੀ। ਗੰਭੀਰ ਚਿੰਤਨ ਦਾ ਵਿਸ਼ਾ ਇਹ ਵੀ ਰਹਿੰਦਾ ਕਿ ਖਾਸ ਤੌਰ ਤੇ ਅੱਜ ਉੱਤਰ ਆਧੁਨਿਕ ਦੌਰ ਹੈ, ਨੌਜਵਾਨ ਪੀੜ੍ਹੀ ਧਰਮ ਵੱਲ ਜਾਣਾ ਨਹੀਂ ਚਾਹੁੰਦੀ, ਧਰਮ ਨਾਲ ਜੁੜਨਾ ਨਹੀਂ ਚਾਹੁੰਦੀ। ਅਜਿਹੇ ਸਮੇਂ ਵਿੱਚ ਸਿੱਖ ਮਿਸ਼ਨਰੀ ਕਾਲਜ ਖਾਸ ਤੌਰ ਤੇ ਮੈਂ ਪੁੱਛਣਾ ਚਾਹਾਂਗਾ, ਔਰ ਰਜੌਰੀ ਜ਼ੋਨ ਕਿਹੋ ਜਿਹੇ ਕਾਰਜ ਕਰ ਰਹੀ ਹੈ ਨੌਜਵਾਨਾਂ ਕਰਕੇ ਖਾਸ ਤੌਰ ਤੇ? ਬਿਲਕੁਲ ਵੀਰ ਜੀ, ਨੌਜਵਾਨ ਇਸ ਵਾਸਤੇ ਨਹੀਂ ਜੁੜ ਰਿਹਾ ਕਿਉਂਕਿ ਜੋ ਗੁਰਮਤਿ ਦਾ ਸਿਧਾਂਤ ਸੀ ਉਹਨਾਂ ਨੂੰ ਪਤਾ ਨਹੀਂ ਲੱਗਿਆ। ਇੱਕ ਮੈਂ ਗੱਲ ਕਰਾਂ ਕਿ ਜਿਹੜਾ ਗੁਰਬਾਣੀ 'ਚ ਫਰਮਾਨ ਹੈ, ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਨੈ ਸੇ, ਜੇ ਇਹ ਨੌਜਵਾਨ ਹਰ ਇੱਕ ਸਮਝ ਲੇ ਤੇ ਉਹ ਕਦੇ ਵੀ ਪਿੱਛੇ ਨਹੀਂ ਹਟੇਗਾ, ਕਿ ਉਹ ਹਮੇਸ਼ਾ ਸਕਸੈਸਫੁਲ ਰਹੇਗਾ। ਕਿ ਇਹ ਕਨਸੈਪਟ ਹੈ ਕਿ ਮਿਹਨਤ ਕਰਕੇ ਤੇ ਦੂਜੇ ਨੂੰ ਵੀ ਦੇਣਾ ਹੈ। ਤੇ ਅੱਜ ਸਾਡਾ ਜਿਹੜਾ ਨੌਜਵਾਨ ਹੈ ਇਹ ਚੀਜ਼ ਉਹਨੂੰ ਕਨਸੈਪਟ ਹੀ ਨਹੀਂ ਹੈ ਕਿ ਮਿਹਨਤ ਵੀ ਕਰਨੀ ਹੈ। ਪੂਰਾ ਦਿਨ ਉਹ ਸੁੱਤੇ ਰਹਿਣਗੇ, ਕੁਝ ਐਕਟੀਵਿਟੀਜ਼ ਕਰਦੇ ਰਹਿਣਗੇ, ਤੇ ਅਗਰ ਉਹ ਗੁਰਬਾਣੀ ਨਾਲ ਜੁੜਨਗੇ, ਨਸ਼ਿਆਂ ਤੋਂ ਬਚਣਗੇ। ਜਿਹੜੀ ਅੱਜ ਤੁਸੀਂ ਦੇਖੋ ਡਿਪਰੈਸ਼ਨ ਦੀ ਬਿਮਾਰੀ ਹੈ, ਉਹ ਹੈ ਤਾਂ ਸਾਡੇ ਵਿੱਚ ਕਨਸੈਪਟ ਹੈ ਹਰ ਵਕਤ ਚੜ੍ਹਦੀ ਕਲਾ ਵਿੱਚ ਰਹਿਣ ਦਾ, ਕਿ ਕਿਤਨੀ ਵੀ ਸਾਨੂੰ ਦੁੱਖ ਆ ਜਾਣ ਉਸ ਅਕਾਲ ਪੁਰਖ ਤੇ ਭਰੋਸਾ ਰੱਖਣਾ ਹੈ, ਡਿਪਰੈਸ਼ਨ ਚਲੀ ਜਾਏਗੀ। ਔਰ ਮਿਹਨਤ ਕਰਨਗੇ ਤੇ ਇੱਥੇ ਜੀਵਨ ਜਾਂਚ ਹੈ, ਜੀਣਾ ਕਿਸ ਤਰ੍ਹਾਂ ਹੈ ਚੰਗੀ ਤਰ੍ਹਾਂ ਸਮਾਜ ਦੇ। ਮੈਂ ਤੇ ਕਹਿੰਦਾ ਹਾਂ ਕਿ ਅਗਰ ਇੱਕ ਜਿਹੜਾ ਗੁਰਸਿੱਖ ਹੋਏਗਾ ਉਹ ਸਾਰੇ ਮਹੱਲੇ ਦੀ, ਸਾਰੇ ਏਰੀਏ ਦੀ ਜਿਹੜੀ ਹੈ ਉਹ ਚੰਗੀ ਕਰੇਗਾ, ਆਪਣੀ ਫੈਮਿਲੀ ਘਰ ਵਾਸਤੇ ਤਾਂ ਉਹ ਵਧੀਆ ਹੋਏਗਾ ਹੀ ਹੋਏਗਾ। ਤੇ ਇਹ ਪੇਰੈਂਟਸ ਦਾ ਵੀ ਬਹੁਤ ਫਰਜ਼ ਬਣਦਾ ਹੈ ਕਿ ਜਿਹੜਾ ਆਪਣੇ ਬੱਚਿਆਂ ਨੂੰ ਇਸ ਸਿੱਖੀ ਲਾਈਨ ਤੇ ਵਿੱਚ ਲਿਆਉਣ, ਔਰ ਸਹੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਹੈ ਉਹ ਦੱਸਣ। ਕਿਉਂਕਿ ਅੱਜ ਸਾਨੂੰ ਨਾ ਗੁਰਦੁਆਰਿਆਂ ਤੋਂ, ਨਾ ਮੈਨੂੰ ਮਾਫ ਕਰਿਓ ਮੋਸਟ ਆਫ ਦੀ ਚੈਨਲਸ ਤੋਂ ਸਾਨੂੰ ਜਿਹੜੀ ਸ਼ਬਦ ਵਿਚਾਰ, ਗੁਰਬਾਣੀ ਦੇ ਅਰਥ ਜਿਸ ਨਾਲ ਸਾਡਾ ਜੀਵਨ ਬਦਲਣਾ ਸੀ,
ਉਹ ਚੀਜ਼ ਨਹੀਂ ਮਿਲ ਰਹੀ, ਕਿਉਂਕਿ ਗੁਰਬਾਣੀ ਵੀ ਸਾਨੂੰ ਸਪਸ਼ਟ ਫਰਮਾਨ ਕਰਦੀ ਹੈ, ਡਿਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਦੀ ਵਿਚਾਰ ਨਹੀਂ, ਬਾਣੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਤੇ ਫਿਰ ਉਹ ਦੂਰ ਭੱਜਦੇ ਹਨ। ਕਈ ਵਾਰ ਗੱਲ ਇਹ ਵੀ ਉੱਠਦੀ ਹੈ, ਖਾਸ ਤੌਰ 'ਤੇ ਅਜੋਕੇ ਦੌਰ ਵਿੱਚ ਜਦੋਂ ਕਿ ਕਿਤਾਬਾਂ ਪੜ੍ਹਨ ਦੀ ਰੁਚੀ ਨਹੀਂ ਰਹੀ ਬੱਚਿਆਂ ਵਿੱਚ, ਖਾਸ ਤੌਰ 'ਤੇ ਨਵੀਂ ਜੇ ਅਸੀਂ ਕਹਿ ਲਈਏ ਨੌਜਵਾਨ ਪੀੜ੍ਹੀ ਵਿੱਚ ਰਸਾਲੇ ਪੜ੍ਹਨ ਦੀ ਰੁਚੀ ਨਹੀਂ ਰਹੀ। ਅਜਿਹੇ ਸਮੇਂ ਵਿੱਚ ਖਾਸ ਤੌਰ 'ਤੇ ਪੱਤਰ ਵਿਹਾਰ ਕੋਰਸ ਕਰਨ ਦਾ ਜਿਹੜਾ ਖਾਸ ਤੌਰ 'ਤੇ ਉਹਨਾਂ ਵਿੱਚ ਚਾਅ ਸ਼ਾਇਦ ਦੇਖਣ ਨੂੰ ਨਾ ਮਿਲੇ, ਜਾਂ ਇੰਝ ਕਹਿ ਲਈਏ ਹੋ ਸਕਦਾ ਕਿ ਘੱਟ ਮਿਲੇ। ਅਜਿਹੇ ਸਮੇਂ ਵਿੱਚ ਕੀ ਨਵੀਆਂ ਜੁਗਤਾਂ ਤੁਸੀਂ ਸਮਝਦੇ ਹੋ ਹੋਣੀਆਂ ਚਾਹੀਦੀਆਂ ਨੇ? ਖਾਸ ਤੌਰ 'ਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਕਿਸ ਤਰ੍ਹਾਂ ਨਵੇਂ ਤੌਰ 'ਤੇ ਉਹਨਾਂ ਨੂੰ ਜੋੜਿਆ ਜਾ ਸਕਦਾ ਹੈ? ਹੁਣ ਅਖਬਾਰਾਂ ਪੜ੍ਹਨ ਦਾ ਜਿਹੜਾ ਰੁਝਾਨ ਹੈ ਬੱਚਿਆਂ ਵਿੱਚ ਨਾ ਮਾਤਰ ਹੈ, ਕਿਤਾਬਾਂ ਪੜ੍ਹਨ ਦਾ ਰੁਝਾਨ ਨਾ ਮਾਤਰ ਹੈ, ਰਸਾਲੇ ਪੜ੍ਹਨ ਦਾ ਜਿਹੜਾ ਰੁਝਾਨ ਹੈ ਨਾ ਮਾਤਰ ਹੈ। ਕਿਵੇਂ ਵੇਖਦੇ ਹੋ ਸਾਰੇ ਵਰਤਾਰੇ ਨੂੰ? ਦੇਖੋ, ਹਰ ਇੱਕ ਕੌਮ ਹੈ ਜਿਹੜੀ ਉਹਨਾਂ ਦੇ ਸਕਾਲਰ ਤੁਸੀਂ ਮੀਡੀਆ 'ਤੇ ਵੀ ਦੇਖੋ, ਉਹ ਹਰ ਕਿਸੇ ਨੂੰ ਸਮਝਾ ਰਹੇ ਹਨ ਕਿ ਜਦ ਤੱਕ ਤੁਸੀਂ ਰੀਡਿੰਗ ਹੈਬਿਟ ਜਿਹੜੀ ਹੈ ਨਹੀਂ ਡਿਵੈਲਪ ਕਰੋਗੇ ਤੁਸੀਂ ਤਰੱਕੀ ਨਹੀਂ ਕਰ ਸਕਦੇ। ਔਰ ਸਿੱਖ ਨੂੰ ਤੇ ਉਹਦਾ ਗੁਰੂ ਹੀ ਗੁਰੂ ਗ੍ਰੰਥ ਸਾਹਿਬ ਹੈ, ਉਸ ਨੂੰ ਪੜ੍ਹਨਾ ਹੀ ਪੜ੍ਹਨਾ ਹੈ। ਇਹ ਤਾਂ ਹੈਬਿਟ ਸਾਨੂੰ ਡਿਵੈਲਪ ਕਰਨੀ ਹੀ ਕਰਨੀ ਪਏਗੀ। ਹਾਂ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਥੋੜ੍ਹੀ ਜਿਹੜੀ ਸੋਸ਼ਲ ਮੀਡੀਆ 'ਤੇ ਸਾਡਾ ਤਾਂ ਇੱਕ ਪ੍ਰੋਜੈਕਟ ਹੈ ਜਿਹੜਾ ਮੀਡੀਆ ਐਂਡ ਪਬਲਿਸਿਟੀ, ਉਹਦੇ ਵਿੱਚ ਅਸੀਂ ਛੋਟੇ ਕਲਿੱਪ ਬਣਾ ਕੇ ਉਹਨਾਂ ਨੂੰ ਮੋਟੀਵੇਟ ਕਰ ਸਕਦੇ ਹਾਂ ਪੜ੍ਹਨ ਵਾਸਤੇ। ਲੇਕਿਨ ਜਿਹੜਾ ਪੜ੍ਹਨ ਦਾ ਅਲਟਰਨੇਟ ਕੋਈ ਵੀ ਨਹੀਂ ਹੈ। ਚਾਹੇ ਤੁਸੀਂ ਕਿਸੇ ਵੀ ਕਮਿਊਨਿਟੀ ਦਾ ਦੇਖ ਲਓ, ਉਹ ਹਰ ਕਮਿਊਨਿਟੀ ਜਿਹੜੀ ਹੈ ਆਪਣੇ ਲੋਕਾਂ ਨੂੰ, ਆਪਣੇ ਜਿਹੜੀ ਉਹਨਾਂ ਦੀ ਜਿਹੜੀ ਸੰਖਿਆ ਹੈ ਜਾਂ ਜਿਹੜੀ ਪੋਪੂਲੇਸ਼ਨ ਹੈ, ਜਿਹੜਾ ਆਪਣੇ ਲੋਕ ਹਨ ਉਹਨਾਂ ਦੇ ਧਰਮ ਦੇ, ਉਹਨਾਂ ਨੂੰ ਇਹੀ ਕਹਿ ਰਹੇ ਹਨ ਕਿ ਜੇ ਤੁਸੀਂ ਤਰੱਕੀ ਕਰਨੀ ਹੈ ਤਾਂ ਤੁਹਾਨੂੰ ਪੜ੍ਹਨਾ ਪਏਗਾ ਹੀ ਪਏਗਾ। ਔਰ ਸਿੱਖ ਨੂੰ ਤਾਂ ਪੜ੍ਹਨਾ ਤੋਂ ਕੋਈ ਅਲਟਰਨੇਟ ਹੈ ਹੀ ਨਹੀਂ ਹੈ, ਉਸ ਨੂੰ ਹੈਬਿਟ ਇਹ ਡਿਵੈਲਪ ਕਰਨੀ ਪਏਗੀ। ਇਹ ਜਿਹੜੀ ਅਸੀਂ ਦੂਰ ਜਾ ਰਹੇ ਹਾਂ, ਇਹ ਸਾਡਾ ਇਸ ਵਿੱਚ ਪਤਨ ਹੋਏਗਾ, ਅਸੀਂ ਕਦੇ ਵੀ ਤਰੱਕੀ ਨਹੀਂ ਕਰ ਪਾਵਾਂਗੇ। ਮੈਂ ਖਾਸ ਤੌਰ 'ਤੇ ਇੱਥੇ ਇੱਕ ਪ੍ਰਸ਼ਨ ਜ਼ਰੂਰ ਪੁੱਛਣਾ ਚਾਹਾਂਗਾ, ਪ੍ਰਸ਼ਨ ਲਾਜ਼ਮੀ ਹੈ ਇਸ ਕਰਕੇ ਤੁਹਾਨੂੰ ਪੁੱਛਾਂਗਾ। ਖਾਸ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਸਿੱਖ ਮਿਸ਼ਨਰੀ ਕਾਲਜ ਦਾ ਇੱਕ ਬਹੁਤ ਹੀ ਵੱਡਾ ਔਰ ਪੱਕਾ ਸਥਾਪਤੀ ਦਾ ਕੇਂਦਰ ਇਸ ਕਰਕੇ ਵੀ ਲਿਆ ਕਿਉਂਕਿ ਇੱਥੇ ਸਾਬਤ ਸੂਰਤ ਦਸਤਾਰ ਸਿਰਾ ਦਾ ਸਿਧਾਂਤ ਜਿਹੜਾ ਉਸ ਦੇ ਉੱਤੇ ਪੱਕੇ ਪਹਿਰੇ ਦਿੱਤੇ ਜਾਂਦੇ ਰਹੇ ਨੇ। ਪਰ ਪਿਛਲੇ ਕੁਝ ਸਾਲਾਂ ਵਿੱਚ ਦੇਖਣ ਨੂੰ ਆਇਆ ਕਿ ਜਿਹੜੇ ਖਾਸ ਤੌਰ 'ਤੇ ਜਿਹੜੇ ਸਿੱਖ ਮਿਸ਼ਨਰੀ ਕਾਲਜ ਦੇ ਜਿਹੜੇ ਵੱਡੇ ਪੱਧਰ ਦੇ ਜਿਹੜੇ ਪ੍ਰੋਗਰਾਮ ਹੁੰਦੇ ਨੇ, ਉਹਦੇ ਵਿੱਚ ਜਿਹੜੀ ਖਾਸ ਤੌਰ 'ਤੇ ਜਿਹੜੀ ਸੰਗਤ ਦਾ ਇੱਕ ਇਕੱਠ ਹੁੰਦਾ ਸੀ ਜਦੋਂ ਪਹਿਲੇ ਦੇਖਣ ਨੂੰ ਮਿਲਦਾ ਸੀ, ਉਹਦੇ ਵਿੱਚ ਜਿਹੜੀ ਕਮੀ ਆਈ ਹੈ, ਗਿਰਾਵਟ ਆਈ ਹੈ, ਸੰਗਤ ਦਾ ਇਕੱਠ ਘੱਟ ਹੋ ਰਿਹਾ। ਕੀ ਕਾਰਨ ਸਮਝਦੇ ਹੋ? ਕਿ ਇਸ ਉੱਤੇ ਚਰਚਾ ਹੋਣੀ ਚਾਹੀਦੀ ਹੈ? ਤੁਹਾਡਾ ਕਿ ਨਿੱਜੀ ਰਾਏ ਹੈ? ਬਿਲਕੁਲ ਜੀ, ਬਹੁਤ ਅੱਛੀ ਗੱਲ ਹੈ, ਬੜਾ ਅੱਛਾ ਸੁਝਾਅ ਵੀ ਹੈ ਕਿ ਕਿਉਂ ਇਤਨੀ ਸੰਗਤ ਘਟ ਰਹੀ ਹੈ। ਇਹਦਾ ਜਿਹੜਾ ਜਿਸ ਤਰ੍ਹਾਂ ਕਿ ਮੈਂ ਪਹਿਲੇ ਤੁਹਾਨੂੰ ਵਿਚਾਰ ਦਿੱਤੇ ਨੇ ਕਿ ਬਈ ਜਿਸ ਤਰ੍ਹਾਂ ਅਸੀਂ ਬਿਲਕੁਲ ਉਹਨਾਂ ਦੇ ਪੱਧਰ 'ਤੇ ਜਾ ਕੇ, ਜਿਸ ਤਰ੍ਹਾਂ ਮੈਂ ਡਾਕਟਰੀ ਪ੍ਰੋਫੈਸ਼ਨ ਦਾ ਤਾਂ ਸਾਡੇ ਕੋਲ ਜਿਹੜਾ ਵੀ ਪੇਸ਼ੈਂਟ ਆਉਂਦਾ ਹੈ ਅਸੀਂ ਉਸ ਦੇ ਪੱਧਰ 'ਤੇ ਜਾ ਕੇ ਗੱਲ ਕਰਕੇ ਉਦੋਂ ਕਰਦੇ ਹਾਂ ਕਿ ਇਸ ਨੂੰ ਕਿਹੜੀ ਬਿਮਾਰੀ ਹੈ। ਜੇ ਅਸੀਂ ਉਸ ਲੈਵਲ 'ਤੇ ਗੱਲ ਅਗਰ ਨਹੀਂ ਕਰਾਂਗੇ ਤਾਂ ਅਸੀਂ ਉਸ ਨੂੰ ਡਾਇਗਨੋਜ਼ ਨਹੀਂ ਕਰ ਸਕਦੇ। ਤੇ ਸਾਡੇ ਜਿਹੜੇ ਹਨ ਸ਼ਬਦ ਵਿਚਾਰ ਕਰਨ ਵਾਲੇ, ਲੈਕਚਰ ਕਰਨ ਵਾਲੇ, ਉਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਕੀ ਸਾਡਾ ਜਿਹੜਾ ਵਿਚਾਰ ਕਰਨ ਦਾ ਤਰੀਕਾ ਉਹ ਠੀਕ ਹੈ, ਕਿਉਂ ਸੰਗਤ ਘਟ ਰਹੀ ਹੈ। ਇਸ 'ਤੇ ਵਿਚਾਰ ਕਰਕੇ ਦੇਖੋ, ਬਹੁਤ ਜਿਹੜੇ ਸਾਡੇ ਕਈ ਬੁਲਾਰੇ ਬਹੁਤ ਅੱਛੇ ਹਨ, ਉਹਨਾਂ ਨੂੰ ਬੜੀ ਵੱਡੀ ਗਿਣਤੀ ਵਿੱਚ ਲੋਕੀ ਸੁਣਨ ਨੂੰ ਵੀ ਆਉਂਦੇ ਹਨ। ਅਸੀਂ ਆਨਲਾਈਨ ਕਲਾਸਿਸ ਵੀ ਜਿਹੜੀਆਂ ਸਾਡੀਆਂ ਚੱਲਦੀਆਂ ਹਨ, ਤੇ ਜਿਹੜੇ ਕੁਝ ਵੀਰ ਜਿਹੜੇ ਬੜੇ ਚੜ੍ਹਦੀ ਕਲਾ ਦੇ ਜਿਹੜੇ ਉਹਨਾਂ ਦੀ ਮਿਹਨਤ ਹੁੰਦੀ ਹੈ, ਉਹ ਪੂਰੇ ਸਾਡੇ ਜ਼ੂਮ ਫੁੱਲ ਹੋ ਜਾਂਦੇ ਹਨ, ਜਿਸ ਵੇਲੇ ਦੂਜੇ ਕਰਦੇ ਹਨ ਉਹਲੇ ਘੱਟ ਹੁੰਦੇ ਹਨ। ਇਹ ਇੱਕ ਤਰੀਕਾ ਜਿਹੜਾ ਹੈ ਕਿਸ ਤਰ੍ਹਾਂ ਗੱਲ ਨੂੰ ਸਮਝਾਉਣਾ ਹੈ, ਇਹ ਵੀ ਸਾਨੂੰ ਤੇ ਇਹਦੇ 'ਤੇ ਫੋਕਸ ਕਰਨ ਦੀ ਬੜੀ ਲੋੜ ਹੈ। ਇਹ ਗੱਲ ਬਿਲਕੁਲ ਠੀਕ ਹੈ, ਇਸ ਨੂੰ ਅਸੀਂ ਐਕਸੈਪਟ ਕਰਦੇ ਹਾਂ। ਕਈ ਵਾਰ ਇਹ ਵੀ ਦੇਖਣ ਨੂੰ ਮਿਲਦਾ ਕਿ ਜਦੋਂ ਕੋਈ ਪ੍ਰਚਾਰਕ ਜਾਂ ਇੰਜ ਕਹਿ ਲਈਏ ਜਦੋਂ ਕੋਈ ਧਾਰਮਿਕ ਵਿਅਕਤੀ ਧਰਮ ਦੇ ਸਿਧਾਂਤਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਦਾ, ਉਸ ਜਿਹੜੇ ਸਿਧਾਂਤਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਦਾ, ਹੋ ਸਕਦਾ ਉੱਥੇ 8 ਸਾਲ ਦਾ ਬੱਚਾ ਵੀ ਮੌਜੂਦ ਹੋਵੇ ਤੇ 80 ਸਾਲ ਦਾ ਬਜ਼ੁਰਗ ਵੀ ਮੌਜੂਦ ਹੋਵੇ। ਬੌਧਿਕ ਪੱਧਰ ਤੇ ਉਹਨਾਂ ਦੇ ਵਿੱਚ ਵਖਰੇਵਾ ਹੁੰਦਾ ਹੈ। ਕਿਵੇਂ ਵੇਖਦੇ ਹੋ ਇਸ ਸਾਰੀ ਚੀਜ਼ ਨੂੰ ਕਿ ਖਾਸ ਤੌਰ ਤੇ ਸਿੱਖ ਮਿਸ਼ਨਰੀ ਕਾਲਜ ਦੇ ਨਾਲ ਤੁਸੀਂ ਜੁੜੇ ਹੋ, ਰਜੌਰੀ ਜ਼ੋਨ ਦੇ ਜ਼ੋਨਲ ਆਰਗੇਨਾਈਜ਼ਰ ਵੀ ਹੋ, ਕਿਵੇਂ ਵੇਖਦੇ ਹੋ? ਖਾਸ ਤੌਰ ਤੇ ਤੁਹਾਡੇ ਇਲਾਕੇ ਵਿੱਚ ਵੀ ਇਹੋ ਚੀਜ਼ਾਂ ਦੇਖਣ ਨੂੰ ਮਿਲਦੀਆਂ ਹੋਣਗੀਆਂ ਜਾਂ ਆਉਂਦੀਆਂ ਹੋਣਗੀਆਂ ਦਰਪੇਸ਼। ਇਸ ਨੂੰ ਦੇਖਦੇ ਹੋ ਕਿ ਇਸ ਚੁਣੌਤੀ ਨੂੰ ਕਿਵੇਂ ਇਸ ਦਾ ਸਮਾਧਾਨ ਕੱਢਿਆ ਜਾ ਸਕਦਾ? ਦੇਖੋ, ਇਹਦੇ ਵਾਸਤੇ ਨਾ ਸਿਰਫ ਸਾਡੇ ਜਿਹੜੇ 13 ਪ੍ਰੋਜੈਕਟ ਹਨ, ਉਹਦੇ ਵਿੱਚ ਬੱਚਿਆਂ ਵਾਸਤੇ ਗੁਰਮਤ ਕਲਾਸ ਅਲੱਗ ਹੈ, ਮਿਸ਼ਨਰੀ ਕਲਾਸ ਅਲੱਗ ਹੈ, 2 ਸਾਲਾ ਕੋਰਸ ਅਲੱਗ ਹੈ, ਸਿੱਖ ਫੁਲਵਾੜੀ ਮੈਗਜ਼ੀਨ ਅਲੱਗ ਹੈ। ਹਰ ਏਜ ਨੂੰ, ਹਰ ਟਾਈਪ ਦੇ ਬੰਦਿਆਂ ਨੂੰ ਅਸੀਂ ਟੈਕਲ ਕਰਨ ਵਾਸਤੇ ਸਾਡਾ ਹਰ ਇੱਕ ਪ੍ਰੋਜੈਕਟ ਹੈ। ਜਿਸ ਤਰ੍ਹਾਂ ਮਿਸ਼ਨਰੀ ਕਲਾਸ ਹੈ ਉਹ ਵੱਡਿਆਂ ਵਾਸਤੇ ਹੈ, ਬੱਚਿਆਂ ਦੀ ਕਲਾਸ ਜਿਹੜੀ ਹੈ ਉਹ ਛੋਟਿਆਂ ਵਾਸਤੇ ਹੈ। ਉਹ ਧਾਰਮਿਕ ਪ੍ਰੀਖਿਆ
ਸਿੱਖਿਆ ਜਿਹੜੀ ਹੈ ਸਾਡੀ ਉਹ ਸਕੂਲ ਦੇ ਬੱਚੇ ਅਸੀਂ ਕਵਰ ਕਰਦੇ ਹਾਂ। ਤੇ ਇਸ ਤਰ੍ਹਾਂ ਹਰ ਪਾਸੇ ਜਿਹੜਾ ਹੈ ਹਰ ਸਾਈਡ ਅਸੀਂ ਸਾਡੇ ਪ੍ਰੋਜੈਕਟ ਬਣੇ ਨੇ ਕਿ ਕਿਸ ਨੂੰ ਕਿਸ ਤਰ੍ਹਾਂ ਕਵਰ ਕਰਨਾ ਹੈ, ਨਾ ਕਿ ਅਸੀਂ ਇੱਕੋ ਤਰਾਜੂ ਨਾਲ ਸਾਰਿਆਂ ਨੂੰ ਨਹੀਂ ਕਰ ਸਕਦੇ। ਕੋਈ ਫਸਟ ਦਾ ਬੱਚਾ ਹੈ, ਕੋਈ PhD ਹੈ, ਕੋਈ 12th ਦਾ, ਹਰ ਇੱਕ ਬੱਚੇ ਦਾ ਆਪਣਾ ਆਪਣਾ ਪੱਧਰ ਹੁੰਦਾ। ਉਹਦੇ ਵਾਸਤੇ ਸਾਡੇ 13 ਪ੍ਰੋਜੈਕਟ ਹਨ ਜਿਨ੍ਹਾਂ ਤੇ ਅਸੀਂ ਕੰਮ ਕਰ ਰਹੇ ਹਾਂ। ਵੱਡੀ ਗੱਲ ਕਹੀ ਹੈ ਡਾਕਟਰ ਇੰਦਰਪਾਲ ਸਿੰਘ ਹੋਰਾਂ ਨੇ ਕਿ ਹਰ ਇੱਕ ਦਾ ਬੌਧਿਕ ਪੱਧਰ ਵੱਖਰਾ ਹੁੰਦਾ ਔਰ ਸਿੱਖ ਮਿਸ਼ਨਰੀ ਕਾਲਜ ਇਸ ਚੀਜ਼ ਨੂੰ ਬਖੂਬੀ ਢੰਗ ਨਾਲ ਨਿਭਾ ਰਹੀ ਹੈ। ਇਸ ਕਰਕੇ ਹੀ ਜਿਹੜੇ ਜਿਵੇਂ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ 13 ਪ੍ਰੋਜੈਕਟ ਜਿਹੜੇ ਚੱਲ ਰਹੇ ਨੇ ਉਹਦੇ ਵਿੱਚ ਬੱਚਿਆਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਤੇ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਕਿ ਕਿਵੇਂ ਜਿਹੜੇ ਉਹਨਾਂ ਦੇ ਬੌਧਿਕਤਾ ਦੇ ਅਨੁਸਾਰ ਉਹਨਾਂ ਨੂੰ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਤੇ ਪ੍ਰਸਾਰ ਕਿਵੇਂ ਕੀਤਾ ਜਾ ਸਕਦਾ। ਇੱਕ ਬਾਣੀ ਰਾਹੀਂ ਜੋ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਖਾਸ ਤੌਰ ਤੇ ਨੌਜਵਾਨ ਵਰਗ ਤੁਹਾਨੂੰ ਦੇਖ ਰਿਹਾ, ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਇਹ ਕਹਾਂਗਾ ਕਿ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਪਿਆ ਨਿਦਾਨਾ। ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਇੱਕ ਮਹਾਨ ਖਜ਼ਾਨਾ ਹਨ। ਤੁਸੀਂ ਜ਼ਰੂਰ ਪੜ੍ਹੋ, ਵਿਚਾਰੋ ਤੇ ਤੁਸੀਂ ਦੇਖੋਗੇ ਕਿ ਤੁਸੀਂ ਸੋਚੋਗੇ ਕਿ ਸਾਨੂੰ ਇਹ ਅੱਜ ਤੋਂ ਪਹਿਲੇ, ਜਿਸ ਤਰ੍ਹਾਂ ਮੈਂ ਹੁਣ 40 ਇਅਰਸ ਦਾ, ਮੈਨੂੰ ਕਈ ਗੱਲਾਂ ਜਿਹੜੀਆਂ ਪਤਾ ਲੱਗਦੀਆਂ ਹਨ ਕਿ ਬਈ ਇਹ ਮੈਨੂੰ 20 ਸਾਲ 'ਚ ਪਤਾ ਹੁੰਦੀ ਤੇ ਮੈਂ ਹੋਰ ਇਸ ਤਰ੍ਹਾਂ ਲਾਈਫ ਵਿੱਚ ਤਰੱਕੀ ਕਰ ਸਕਦਾ। ਬਹੁਤ ਖਜ਼ਾਨਾ ਹੈ, ਗਿਆਨ ਦਾ ਖਜ਼ਾਨਾ ਹੈ। ਕਿਸੇ ਬੰਦੇ ਨਾਲ ਨਹੀਂ, ਅਸੀਂ ਸ਼ਬਦ ਗੁਰੂ ਦੇ ਪੁਜਾਰੀ ਹਾਂ, ਗਿਆਨ ਦੇ ਪੁਜਾਰੀ ਹਾਂ। ਤੁਸੀਂ ਰੀਡਿੰਗ ਹੈਬਿਟ ਬਣਾਓ, ਉਹਦਾ ਕੋਈ ਅਲਟਰਨੇਟ ਨਹੀਂ। ਜ਼ਰੂਰ ਪੜ੍ਹੋ ਤੇ ਫਿਰ ਤੁਹਾਨੂੰ ਫਖਰ ਹੋਏਗਾ ਕਿ ਇਤਨੀ ਉੱਚੀ ਸੁੱਚੀ ਵਿਚਾਰਧਾਰਾ ਜਿਹੜੀ ਹੈ ਤੁਹਾਡੇ ਕੋਲ ਹੈ। ਪੜ੍ਹਨਾ ਤੇ ਵਿਚਾਰਨਾ ਬਹੁਤ ਜ਼ਰੂਰੀ ਹੈ। ਤੁਹਾਡੇ ਕੋਲ ਖਜ਼ਾਨਾ ਹੈ, ਇਸ ਨੂੰ ਵਿਚਾਰ ਕੇ ਦੇਖਣਾ ਤਾਂ ਚਾਹੀਦਾ ਹੈ ਕਿ ਇਹਦੇ ਵਿੱਚ ਗਿਆਨ ਕਿਤਨਾ ਹੈ। ਫਿਰ ਤੁਹਾਨੂੰ ਸਮਝ ਆਏਗੀ ਕਿ ਕਿਤਨਾ ਮਹਾਨ ਖਜ਼ਾਨਾ ਸਾਡੇ ਕੋਲ ਹੈ ਤੇ ਇਹ ਤੇ ਪੜ੍ਹ ਕੇ ਵਿਚਾਰ ਕੇ ਹੀ ਪਤਾ ਲੱਗਣਾ ਹੈ। ਔਰ ਅੱਜ ਮੈਂ ਇਹ ਵੀ ਦੱਸ ਦਿਆਂ ਕਿ ਇਤਨੀ ਐਪਸ ਆ ਗਈਆਂ ਹਨ। ਆਈ ਗ੍ਰੰਥ ਹੈ, ਗੁਰਬਾਣੀ ਸਰਚਰ ਹੈ, ਇੱਕ ਤੂੰ ਹੀ ਹੈ ਜਿਹੜੀ ਸ਼ੁੱਧ ਉਚਾਰਨ ਹੈ। ਤੁਸੀਂ ਘਰ ਬੈਠੇ ਬੈਠੇ ਸਾਰੀ ਗੁਰਬਾਣੀ ਦੇ ਅਰਥ ਵਿਚਾਰ ਸਕਦੇ ਹੋ, ਕਿਸੇ ਕੋਲ ਜਾਣ ਦੀ ਲੋੜ ਨਹੀਂ। ਲੇਕਿਨ ਇਤਨੀ ਖਿਚਲ ਤੇ ਤੁਹਾਨੂੰ ਕਰਨੀ ਪਏਗੀ, ਗੁਰਬਾਣੀ ਪੜ੍ਹਨੀ ਵਿਚਾਰਨੀ ਤੇ ਪਏਗੀ। ਇਸ ਦਾ ਕੋਈ ਅਲਟਰਨੇਟ ਨਹੀਂ ਹੈ। ਔਰ ਤੁਸੀਂ ਆਮ ਦੁਨਿਆਵੀ ਵੀ ਕੋਈ ਵੀ ਐਗਜ਼ਾਮ ਜਿਹੜਾ ਪਾਸ ਕਰਨਾ ਹੈ ਉੱਥੇ ਉਸ ਵਾਸਤੇ ਵੀ ਸਾਨੂੰ ਪੜ੍ਹਨਾ ਪੈਂਦਾ ਹੈ। ਜਿਹੜਾ ਮਿਹਨਤ ਕਰਦਾ ਹੈ ਉਹ ਤੇ ਨਹੀਂ, ਅਸੀਂ IAS ਐਗਜ਼ਾਮ, KAS, ਡਾਕਟਰੀ ਵਾਸਤੇ ਤੇ ਨਹੀਂ ਕਹਿੰਦੇ ਕਿ ਕੋਈ ਅਲਟਰਨੇਟ ਕੱਢੀਏ। ਉੱਥੇ ਤੇ ਪਤਾ ਇਹ ਰਸਤਾ ਹੈ, ਇਹ ਅਸੀਂ ਬੁੱਕਸ ਪੜ੍ਹਨੀਆਂ ਹਨ ਤਾਂ ਹੀ ਅਸੀਂ ਸਿਲੈਕਟ ਹੋਵਾਂਗੇ। ਤੇ ਇਹ ਸਿੱਖੀ ਦਾ ਰਸਤਾ ਵੀ ਤੁਹਾਨੂੰ ਗੁਰਬਾਣੀ ਪੜ੍ਹਨੀ, ਵਿਚਾਰਨੀ ਤੇ ਅਮਲੀ ਜੀਵਨ ਜਿਹੜਾ ਹੈ ਉਸ ਨੂੰ ਕਰੋਗੇ ਤਾਂ ਹੀ ਜਿਹੜਾ ਇਹ ਮਨੁੱਖਾ ਜਨਮ ਹੈ ਇਹ ਸਫਲ ਹੋਏਗਾ। ਕਸਮ ਛੋੜ ਦੂਜੇ ਲੱਗੇ ਡੂਬੇ ਸੇ ਵਣਜਾਰਿਆ। ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜ ਕੇ ਹੀ ਆਪਣੇ ਜੀਵਨ ਨੂੰ ਸਫਲੇ ਢੰਗ ਨਾਲ ਬਤੀਤ ਕੀਤਾ ਜਾ ਸਕਦਾ। ਇਹ ਕਹਿਣਾ ਸੀ ਡਾਕਟਰ ਇੰਦਰਪਾਲ ਸਿੰਘ ਹੋਰਾਂ ਨਾਲ। ਖਾਸ ਮੁਲਾਕਾਤ ਪ੍ਰੋਗਰਾਮ ਵਿੱਚ ਅੱਜ ਬਸ ਇੰਨਾ ਹੀ। ਆਪਣੇ ਮੇਜ਼ਬਾਨ ਡਾਕਟਰ ਹਰਸਿਮਰਨ ਸਿੰਘ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।